ਸਤਿ ਸ੍ਰੀ ਅਕਾਲ ਸਾਰੇ ਦੋਸਤੋ, ਮੈਂ ਹਾਂ ਨਰਿੰਦਰ ਸਿੰਘ। ਅੱਜ ਅਸੀਂ ਕੇਂਦਰੀ ਬਜਟ 2026-27 ਤੇ ਇੱਕ ਡੂੰਗੀ ਨਜ਼ਰ ਮਾਰਾਂਗੇ, ਖਾਸ ਤੌਰ ਤੇ ਸਾਡੀਆਂ ਪ੍ਰਤੀਯੋਗੀ ਪਰੀਖਾਵਾਂ ਦੇ ਨਜ਼ਰੀਏ ਤੋਂ। ਦੇਖੋ, ਸਾਡਾ ਮਕਸਦ ਇਹ ਹੈ ਕਿ ਬਜਟ ਦੇ ਸਾਰੇ ਜ਼ਰੂਰੀ ਤੱਥਾਂ ਨੂੰ ਇੰਨੇ ਸੌਖੇ ਤਰੀਕੇ ਨਾਲ ਸਮਝਿਆ ਜਾਵੇ ਕਿ ਇਹ ਸਾਰੇ ਪੁਆਇੰਟਸ ਪਰੀਖਾ ਲਈ ਤੁਹਾਡੇ ਦਿਮਾਗ ਵਿੱਚ ਆਪਣੇ ਆਪ ਹੀ ਸੈੱਟ ਹੋ ਜਾਣ। ਤਾਂ ਚਲੋ, ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕਰਦੇ ਹਾਂ। ਠੀਕ ਹੈ, ਤਾਂ ਅੱਜ ਦੇ ਇਸ ਵਿਸ਼ਲੇਸ਼ਣ ਦਾ ਢਾਂਚਾ ਬਿਲਕੁਲ ਸਾਫ਼ ਹੈ। ਸਭ ਤੋਂ ਪਹਿਲਾਂ ਅਸੀਂ ਬਜਟ ਦੀ ਇੱਕ ਮੋਟੀ-ਮੋਟੀ ਝਾਤ ਲਵਾਂਗੇ, ਫਿਰ ਇਨਕਮ ਟੈਕਸ ਦੇ ਜੋ ਮੁੱਖ ਨੁਕਤੇ ਨੇ ਉਹਨਾਂ ਤੇ ਗੱਲ ਕਰਾਂਗੇ। ਉਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਰੋਜ਼ਾਨਾ ਵਰਤੋਂ ਦੀਆਂ ਕਿਹੜੀਆਂ ਚੀਜ਼ਾਂ ਸਸਤੀਆਂ ਹੋਈਆਂ ਤੇ ਕਿਹੜੀਆਂ ਮਹਿੰਗੀਆਂ, ਅਤੇ ਬਿਲਕੁਲ ਅਖੀਰ ਵਿੱਚ ਸਭ ਤੋਂ ਜ਼ਰੂਰੀ, ਪਰੀਖਾ ਵਿੱਚ ਆਉਣ ਵਾਲੇ ਤੱਥਾਂ ਦੀ ਇੱਕ ਤੇਜ਼ ਰਿਵੀਜ਼ਨ ਕਰਾਂਗੇ। ਚਲੋ ਜੀ, ਸ਼ੁਰੂਆਤ ਕਰਦੇ ਹਾਂ ਸਾਡੇ ਪਹਿਲੇ ਹਿੱਸੇ ਨਾਲ, ਬਜਟ 2026-27 ਦੀ ਇੱਕ ਝਾਤ। ਦੇਖੋ, ਕਿਸੇ ਵੀ ਬਜਟ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਉਸ ਦਾ ਕੁੱਲ ਆਕਾਰ ਯਾਨੀ ਕਿ ਉਸ ਦਾ ਸਕੇਲ ਪਤਾ ਹੋਣਾ ਬਹੁਤ ਜ਼ਰੂਰੀ ਹੈ। ਆਓ ਸਭ ਤੋਂ ਪਹਿਲਾਂ ਇਹੀ ਜਾਣਦੇ ਹਾਂ। ਆ ਰਿਹਾ ਉਹ ਨੰਬਰ ਜੋ ਪਰੀਖਿਆ ਵਿੱਚ ਸਿੱਧਾ ਪੁੱਛਿਆ ਜਾ ਸਕਦਾ ਹੈ। ਵਿੱਤੀ ਸਾਲ 2026-27 ਲਈ ਸਰਕਾਰ ਦਾ ਕੁੱਲ ਬਜਟ ਹੈ 53.5 ਲੱਖ ਕਰੋੜ ਰੁਪਏ। ਹਾਂਜੀ, 53.5 ਲੱਖ ਕਰੋੜ। ਇਹ ਅੰਕੜਾ ਬਹੁਤ ਅਹਿਮ ਹੈ ਕਿਉਂਕਿ ਇਹ ਦੇਸ਼ ਦੀ ਆਰਥਿਕਤਾ ਦੀ ਦਿਸ਼ਾ ਤੈਅ ਕਰਦਾ ਹੈ। ਇਸ ਨੂੰ ਆਪਣੇ ਨੋਟਸ ਵਿੱਚ ਜ਼ਰੂਰ ਲਿਖ ਲਓ। ਅਤੇ ਬਜਟ ਕਿਸਨੇ ਪੇਸ਼ ਕੀਤਾ? ਇਹ ਵੀ ਇੱਕ ਬਹੁਤ ਹੀ ਆਮ ਪਰ ਜ਼ਰੂਰੀ ਸਵਾਲ ਹੈ। ਇਹ ਬਜਟ ਸਾਡੇ ਦੇਸ਼ ਦੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਜੀ ਨੇ ਪੇਸ਼ ਕੀਤਾ ਹੈ। ਯਾਦ ਰੱਖਣਾ, ਜਨਰਲ ਨੌਲੇਜ ਦੇ ਸੈਕਸ਼ਨ ਵਿੱਚ ਇਹ ਸਵਾਲ ਅਕਸਰ ਦੇਖਣ ਨੂੰ ਮਿਲਦਾ ਹੈ। ਹੁਣ ਅੱਗੇ ਵਧਦੇ ਹਾਂ ਉਸ ਵਿਸ਼ੇ ਵੱਲ ਜਿਸ ਦਾ ਅਸਰ ਸਾਡੇ ਸਾਰਿਆਂ ਤੇ ਪੈਂਦਾ ਹੈ, ਇਨਕਮ ਟੈਕਸ। ਇਹ ਸਿਰਫ ਸਾਡੀ ਜੇਬ ਲਈ ਹੀ ਨਹੀਂ ਬਲਕਿ ਪਰੀਖਿਆ ਦੇ ਨਜ਼ਰੀਏ ਤੋਂ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਚਲੋ, ਇਸ ਦੇ ਮੁੱਖ ਬਿੰਦੂਆਂ ਨੂੰ ਸਮਝਦੇ ਹਾਂ। ਤਾਂ ਹਰ ਸਾਲ ਬਜਟ ਆਉਣ ਤੋਂ ਬਾਅਦ ਖਾਸ ਕਰਕੇ ਤਨਖਾਹ ਲੈਣ ਵਾਲੇ ਲੋਕਾਂ ਦੇ ਮਨ ਵਿੱਚ ਜਿਹੜਾ ਸਭ ਤੋਂ ਪਹਿਲਾ ਤੇ ਵੱਡਾ ਸਵਾਲ ਆਉਂਦਾ ਹੈ, ਉਹ ਇਹੀ ਹੁੰਦਾ ਹੈ ਕਿ ਇਨਕਮ ਟੈਕਸ ਸਲੈਬ ਵਿੱਚ ਕੋਈ ਰਾਹਤ ਮਿਲੀ ਕਿ ਟੈਕਸ ਘਟਿਆ। ਚਲੋ ਦੇਖਦੇ ਹਾਂ ਇਸ ਵਾਰ ਕੀ ਹੋਇਆ। ਤਾਂ ਇਸ ਦਾ ਜਵਾਬ ਬਿਲਕੁਲ ਸਾਫ਼ ਹੈ, ਨਹੀਂ। ਇਸ ਸਾਲ ਦੇ ਬਜਟ ਵਿੱਚ ਇਨਕਮ ਟੈਕਸ ਸਲੈਬ ਵਿੱਚ ਕੋਈ ਵੀ ਬਦਲਾਵ ਨਹੀਂ ਕੀਤਾ ਗਿਆ। ਜੋ ਪਿਛਲੇ ਸਾਲ ਦੀਆਂ ਦਰਾਂ ਸਨ, ਉਹੀ ਇਸ ਸਾਲ ਵੀ ਲਾਗੂ ਰਹਿਣਗੀਆਂ। ਇਸ ਦਾ ਮਤਲਬ ਹੈ ਕਿ ਸਰਕਾਰ ਨੇ ਟੈਕਸ ਪ੍ਰਣਾਲੀ ਵਿੱਚ ਸਥਿਰਤਾ ਬਣਾਈ ਰੱਖਣ ਨੂੰ ਤਰਜੀਹ ਦਿੱਤੀ ਹੈ। ਹੁਣ ਇਹਨਾਂ 3 ਤਰੀਕਾਂ ਤੇ ਖਾਸ ਧਿਆਨ ਦਿਓ। ਇਹ ਪ੍ਰੀਖਿਆ ਲਈ ਬਹੁਤ ਜ਼ਰੂਰੀ ਹਨ। ਪਹਿਲੀ, 1 ਅਪ੍ਰੈਲ 2026 ਤੋਂ ਨਵਾਂ ਇਨਕਮ ਟੈਕਸ ਨਿਯਮ ਲਾਗੂ ਹੋ ਜਾਵੇਗਾ। ਦੂਜੀ, ਜੇਕਰ ਕਿਸੇ ਕੋਲ ਵਿਦੇਸ਼ੀ ਸੰਪत्ति ਹੈ ਤਾਂ ਉਸ ਦਾ ਐਲਾਨ ਕਰਨ ਲਈ 6 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ। ਅਤੇ ਤੀਜੀ, ਇਨਕਮ ਟੈਕਸ ਰਿਟਰਨ ਯਾਨੀ ITR ਭਰਨ ਦੀ ਆਖਰੀ ਮਿਤੀ 31 ਜੁਲਾਈ ਹੀ ਰਹੇਗੀ। ਇਸ ਤੋਂ ਇਲਾਵਾ 3 ਹੋਰ ਵੱਡੇ ਬਦਲਾਅ ਨੇ ਜਿਨ੍ਹਾਂ ਨੂੰ ਯਾਦ ਰੱਖਣਾ ਹੈ। ਪਹਿਲਾ, ਟੈਕਸ ਚੋਰੀ ਨੂੰ ਰੋਕਣ ਲਈ ਸਰਕਾਰ ਨੇ ਸਖਤੀ ਕੀਤੀ ਹੈ। ਜੇਕਰ ਕੋਈ ਆਮਦਨ ਛੁਪਾਉਂਦਾ ਹੈ ਤਾਂ ਉਸ ਤੇ 30% ਵਾਧੂ ਟੈਕਸ ਲਗਾਇਆ ਜਾਵੇਗਾ। ਦੂਜਾ, ਇੱਕ ਵੱਡੀ ਰਾਹਤ ਦਿੱਤੀ ਗਈ ਹੈ ਕਿ ਅਣਐਲਾਨੀ ਵਿਦੇਸ਼ੀ ਸੰਪत्ति ਤੇ ਸਿੱਧੀ ਸਜ਼ਾ ਦੀ ਥਾਂ ਹੁਣ ਟੈਕਸ ਦੇ ਕੇ ਉਸ ਨੂੰ ਨਿਯਮਿਤ ਕੀਤਾ ਜਾ ਸਕਦਾ ਹੈ। ਅਤੇ ਤੀਜਾ, ITR ਭਰਨ ਦੀ ਪ੍ਰਕਿਰਿਆ ਨੂੰ ਹੋਰ ਵੀ ਸਰਲ ਬਣਾਇਆ ਜਾਵੇਗਾ ਤਾਂ ਜੋ ਆਮ ਆਦਮੀ ਵੀ ਇਸ ਨੂੰ ਆਸਾਨੀ ਨਾਲ ਭਰ ਸਕੇ। ਚਲੋ, ਹੁਣ ਉਸ ਹਿੱਸੇ ਵੱਲ ਚੱਲਦੇ ਹਾਂ ਜਿਸ ਦਾ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਤੇ ਸਿੱਧਾ ਅਸਰ ਪੈਂਦਾ ਹੈ। ਕੀ ਸਸਤਾ ਹੋਇਆ ਤੇ ਕੀ ਮਹਿੰਗਾ? ਇਹ ਜਾਣਨਾ ਆਮ ਗਿਆਨ ਅਤੇ ਆਰਥਿਕਤਾ ਨਾਲ ਜੁੜੇ ਸਵਾਲਾਂ ਲਈ ਬਹੁਤ ਜ਼ਰੂਰੀ ਹੈ। ਇਸ ਸੂਚੀ ਨੂੰ ਧਿਆਨ ਨਾਲ ਦੇਖੋ। ਇੱਕ ਪਾਸੇ ਘਰੇਲੂ ਉਦਯੋਗ ਨੂੰ ਹੁਲਾਰਾ ਦੇਣ ਲਈ ਕੱਪੜਾ, ਚਮੜੇ ਦਾ ਸਮਾਨ ਅਤੇ ਖੇਡਾਂ ਦੀਆਂ ਚੀਜ਼ਾਂ ਸਸਤੀਆਂ ਕੀਤੀਆਂ ਗਈਆਂ ਹਨ। ਸਿਹਤ ਦੇ ਖੇਤਰ ਵਿੱਚ 17 ਕਿਸਮ ਦੀਆਂ ਜ਼ਰੂਰੀ ਦਵਾਈਆਂ ਵੀ ਸਸਤੀਆਂ ਹੋਈਆਂ ਹਨ। ਪਰ ਦੂਜੇ ਪਾਸੇ ਬਾਹਰੋਂ ਮੰਗਵਾਈਆਂ ਜਾਣ ਵਾਲੀਆਂ ਲਗਜ਼ਰੀ ਚੀਜ਼ਾਂ ਜਿਵੇਂ ਕਿ ਵਿਦੇਸ਼ੀ ਘੜੀਆਂ, ਮਹਿੰਗੀਆਂ ਗੱਡੀਆਂ ਅਤੇ ਗਹਿਣੇ, ਇਹਨਾਂ ਸਭ ਨੂੰ ਮਹਿੰਗਾ ਕਰ ਦਿੱਤਾ ਗਿਆ ਹੈ। ਸਿਗਰਟ, ਸ਼ਰਾਬ ਵਰਗੀਆਂ ਚੀਜ਼ਾਂ ਵੀ ਮਹਿੰਗੀਆਂ ਹੋਈਆਂ ਹਨ। ਹੁਣ ਸਵਾਲ ਇਹ ਹੈ ਕਿ ਵਿਦੇਸ਼ ਯਾਤਰਾ ਸਸਤੀ ਕਿਉਂ ਹੋਈ? ਇਸ ਦਾ ਮੁੱਖ ਕਾਰਨ ਹੈ TCS ਵਿੱਚ ਕਟੌਤੀ। TCS ਯਾਨੀ ਟੈਕਸ ਕਲੈਕਟਡ ਐਟ ਸੋਰਸ। ਸਰਕਾਰ ਨੇ ਵਿਦੇਸ਼ ਯਾਤਰਾ ਤੇ ਲੱਗਣ ਵਾਲੇ TCS ਨੂੰ ਘਟਾ ਕੇ 5% ਕਰ ਦਿੱਤਾ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਹੁਣ ਵਿਦੇਸ਼ ਘੁੰਮਣ ਜਾਣਾ ਪਹਿਲਾਂ ਨਾਲੋਂ ਥੋੜਾ ਸਸਤਾ ਪਵੇਗਾ। ਲਓ ਜੀ, ਹੁਣ ਅਸੀਂ ਆਪਣੇ ਵਿਸ਼ਲੇਸ਼ਣ ਦੇ ਆਖਰੀ ਅਤੇ ਸਭ ਤੋਂ ਮਹੱਤਵਪੂਰਨ ਪੜਾਅ ਤੇ ਪਹੁੰਚ ਗਏ ਹਾਂ। ਇੱਥੇ ਅਸੀਂ ਉਹਨਾਂ ਸਾਰੇ ਮੁੱਖ ਨੁਕਤਿਆਂ ਨੂੰ ਇੱਕ ਵਾਰ ਫਿਰ ਤੋਂ ਦੁਹਰਾਵਾਂਗੇ ਜੋ ਪ੍ਰੀਖਿਆ ਵਿੱਚ ਸਿੱਧੇ ਤੌਰ ਤੇ ਪੁੱਛੇ ਜਾ ਸਕਦੇ ਹਨ। ਇਹ ਤੁਹਾਡੇ ਫਾਈਨਲ ਨੋਟਸ ਦਾ ਕੰਮ ਕਰਨਗੇ। ਤਾਂ ਆਓ ਇਸ ਪੂਰੇ ਬਜਟ ਦੇ 5 ਸਭ ਤੋਂ ਜ਼ਰੂਰੀ ਤੱਥਾਂ ਨੂੰ ਦਿਮਾਗ ਵਿੱਚ ਬਿਠਾ ਲਈਏ। ਪਹਿਲਾ, ਕੁੱਲ ਬਜਟ 53.5 ਲੱਖ ਕਰੋੜ। ਦੂਜਾ, ITR ਦੀ ਆਖਰੀ ਤਾਰੀਖ 31 ਜੁਲਾਈ। ਤੀਜਾ, ਨਵਾਂ ਟੈਕਸ ਨਿਯਮ ਕਦੋਂ ਲਾਗੂ ਹੋਵੇਗਾ? 1 ਅਪ੍ਰੈਲ ਤੋਂ। ਚੌਥਾ, ਆਮਦਨ ਛੁਪਾਉਣ ਤੇ ਜੁਰਮਾਨਾ ਕਿੰਨਾ ਹੈ? 30% ਵਾਧੂ ਟੈਕਸ। ਅਤੇ ਪੰਜਵਾਂ, ਵਿਦੇਸ਼ ਯਾਤਰਾ ਤੇ TCS ਕਿੰਨਾ ਹੈ? 5%। ਇਹ 5 ਨੁਕਤੇ ਬਿਲਕੁਲ ਪੱਕੇ ਯਾਦ ਰੱਖਣੇ ਹਨ। ਚੈਨਲ ਸਬਸਕ੍ਰਾਈਬ ਕਰੋ ਅੱਗੇ ਮਾਸਟਰ ਕੇਡਰ ਅਤੇ ਲੈਕਚਰਰ ਲਈ।
ਅਤੇ ਜਾਂਦੇ ਜਾਂਦੇ ਇੱਕ ਗੱਲ ਹਮੇਸ਼ਾ ਯਾਦ ਰੱਖਣਾ, ਸਫਲਤਾ ਇੱਕ ਦਿਨ ਵਿੱਚ ਨਹੀਂ ਮਿਲਦੀ, ਪਰ ਜੇਕਰ ਤੁਸੀਂ ਲਗਾਤਾਰ ਮਿਹਨਤ ਕਰਦੇ ਰਹੋ ਤਾਂ ਇੱਕ ਦਿਨ ਜ਼ਰੂਰ ਮਿਲਦੀ ਹੈ। ਆਪਣੀ ਤਿਆਰੀ ਵਿੱਚ ਜੁਟੇ ਰਹੋ। ਬਹੁਤ ਬਹੁਤ ਧੰਨਵਾਦ।